ਦੋਸਤੋ BBC ਪੰਜਾਬ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਇੰਦਰਮੋਹਨ ਸਿੰਘ ਅੰਜਾਨ ਵੱਲੋਂ ਸਤਿ ਸ੍ਰੀ ਅਕਾਲ। ਅਸੀਂ ਹਮੇਸ਼ਾ ਕਿਸੇ ਨਾ ਕਿਸੇ ਵਿਸ਼ੇਸ਼ ਮੁੱਦੇ ਦੇ ਕਿਸੇ ਵਿਸ਼ੇਸ਼ ਵਿਅਕਤੀ ਨਾਲ ਜਿਹੜੀ ਗੱਲਬਾਤ ਕਰਦੇ ਰਹਿੰਦੇ ਆ ਔਰ ਵਿਦਵਾਨਾਂ ਨੂੰ ਬਹੁਤ ਤਰ੍ਹਾਂ ਦੇ ਵਿਦਵਾਨਾਂ ਨੂੰ ਐਜੂਕੇਟਿਡ ਪਰਸਨਸ ਨੂੰ ਜੀਨੀਅਸ ਪਰਸਨ ਨੂੰ ਤੁਹਾਡੇ ਰੂਬਰੂ ਕਰਾਉਂਦੇ ਰਹਿੰਦੇ ਆ। ਅੱਜ ਦੀ ਜੋ ਅਸੀਂ ਮੁਲਾਕਾਤ ਕਰਨ ਜਾ ਰਹੇ ਹਾਂ ਉਸ ਦਾ ਮੁੱਦਾ ਇਹ ਹੈ ਕਿ ਸੁੱਚਾ ਸਿੰਘ ਲੰਗਾ ਜੋ ਕਿ ਇੱਕ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸਨ, ਜਿਨ੍ਹਾਂ ਦੀ ਇੱਕ ਕਾਫੀ ਸਮਾਂ ਪਹਿਲਾਂ ਇਤਰਾਜ਼ਯੋਗ ਵੀਡੀਓ ਵਾਇਰਲ ਹੋਣ ਦੇ ਬਾਅਦ ਸਿੰਘ ਸਾਹਿਬਾਨ ਵੱਲੋਂ 5 ਤਖਤਾਂ ਦੇ ਜਥੇਦਾਰ ਸਾਹਿਬ ਵੱਲੋਂ ਉਹਨਾਂ ਨੂੰ ਪੰਥ ਛੇਕ ਦਿੱਤਾ ਗਿਆ ਸੀ। ਉਹ ਮਾਮਲਾ ਉਦੋਂ ਤੋਂ ਹੀ ਹਾਲੇ ਤੱਕ ਲਟਕਿਆ ਆ ਰਿਹਾ ਔਰ ਸੁੱਚਾ ਸਿੰਘ ਲੰਗਾ ਬਾਰ-ਬਾਰ ਜਿਹੜਾ ਆਪਣਾ ਮਾਫੀਨਾਮਾ ਲੈ ਕੇ ਜਿਹੜੇ ਅਕਾਲ ਤਖਤ ਤੇ ਵੀ ਪਹੁੰਚੇ, ਉਹਨਾਂ ਦਾ ਬੇਟਾ ਵੀ ਪਹੁੰਚਿਆ, ਹੋਰ ਵੀ ਕਈ ਹਸਤੀਆਂ ਨਾਲ ਲੈ ਕੇ ਉਹ ਉੱਥੇ ਗਏ। ਲੇਕਿਨ ਉਦੋਂ ਦੀ ਹੁਣ ਤੱਕ ਜੇ ਅਸੀਂ ਇੱਕ ਬੰਨੇ ਲੈਂਦੇ ਹਾਂ ਤੇ ਅਕਾਲ ਤਖਤ ਸਾਹਿਬ ਦਾ ਇਹ ਸਿਧਾਂਤ ਹੈ ਜੋ ਸ਼ਰਨ ਆਵੇ ਤੇ ਸਕੰਠ ਲਾਵੇ, ਪਰ ਦੂਸਰੇ ਬੰਨੇ ਜੋ ਜਥੇਬੰਦੀਆਂ ਨੇ ਜਾਂ ਧਿਰ ਨੇ ਜਾਂ ਸੰਗਤਾਂ ਨੇ ਉਹਦਾ ਵਿਰੋਧ ਵੀ ਕਰ ਰਹੀਆਂ ਨੇ ਕਿ ਉਹਨਾਂ ਦਾ ਗੁਨਾਹ ਜਿਹੜਾ ਨਾ ਮਾਫ ਕਰਨ ਯੋਗ ਹੈ। ਲੇਕਿਨ ਕਿਤੇ ਨਾ ਕਿਤੇ ਇਹ ਵੀ ਗੱਲ ਸਾਹਮਣੇ ਆਉਂਦੀ ਹੈ, ਕਿਹਾ ਜਾਂਦਾ ਕਿ ਕਦੇ ਰਾਜਨੀਤੀ ਤੇ ਧਰਮ ਦਾ ਕੁੰਡਾ ਸੀ, ਲੇਕਿਨ ਅੱਜ ਧਰਮ ਦੇ ਉੱਤੇ ਰਾਜਨੀਤੀ ਦਾ ਕੁੰਡਾ। ਪਿਛਲੇ ਲੰਬੇ ਸਮੇਂ ਦੌਰਾਨ ਪਿਛਲੇ ਜਥੇਦਾਰਾਂ ਨੇ ਜੋ ਫੈਸਲੇ ਲਏ ਉਹਦੇ 'ਚ ਸੰਗਤਾਂ ਲਈ ਬਹੁਤ ਇਤਰਾਜ਼ ਉੱਠਿਆ ਔਰ ਉਹਦਾ ਉਹਨਾਂ ਨੂੰ ਖਮਿਆਜਾ ਵੀ ਭੁਗਤਣਾ ਪਿਆ। ਅੱਜ ਦੀ ਮੁਲਾਕਾਤ ਅਸੀਂ ਉੱਘੇ ਸਿੱਖ ਚਿੰਤਕ ਪ੍ਰੋਫੈਸਰ ਸਰਚਾਂਦ ਸਿੰਘ ਜੀ ਨਾਲ ਤੁਹਾਡੀ ਜਿਹੜੀ ਕਰਾਉਣ ਜਾ ਰਹੇ ਹਾਂ। ਇਸ ਮੁੱਦੇ 'ਤੇ ਜੋ ਬਹਿਸ ਹੋ ਰਹੀ ਹੈ, ਆਓ ਪ੍ਰੋਫੈਸਰ ਸਰਚਾਂਦ ਸਿੰਘ ਜਿਹੜੇ ਇੱਕ ਉੱਘੇ ਸਿੱਖ ਚਿੰਤਕ ਨੇ, ਵਿਦਵਾਨ ਨੇ, ਉਹਨਾਂ ਨਾਲ ਇਸ ਮਸਲੇ 'ਤੇ ਗੱਲ ਕਰਨੇ ਆ। ਪ੍ਰੋਫੈਸਰ ਸਾਹਿਬ BBC ਪੰਜਾਬ ਟੀਵੀ ਵੱਲੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਅੰਜਾਨ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ। ਇਹ ਪ੍ਰੋਫੈਸਰ ਸਾਹਿਬ ਇਹ ਦੱਸੋ, ਸੁੱਚਾ ਸਿੰਘ ਲੰਗਾ ਨੂੰ ਲੈ ਕੇ ਜੋ ਅੱਜ ਕੱਲ੍ਹ ਕਰੰਟ ਦੇ ਉੱਤੇ ਮੁੱਦਾ ਜਿਹੜਾ ਬਹੁਤ ਹੀ ਜਿਹੜਾ ਵਿਵਾਦਾਂ 'ਚ ਚੱਲ ਰਿਹਾ ਹੈ ਔਰ ਸੁੱਚਾ ਸਿੰਘ ਲੰਗਾ ਨੂੰ ਜਦੋਂ ਅਕਾਲ ਤਖਤ ਸਾਹਿਬ ਤੋਂ ਮਾਫੀ ਨਹੀਂ ਮਿਲੀ ਤਾਂ ਉਹ ਰੋਜ਼ਾਨਾ ਅਕਾਲ ਤਖਤ ਸਾਹਿਬ 'ਤੇ ਆ ਕੇ ਕਿ ਨਿਮਾਣੇ ਸਿੱਖ ਵਜੋਂ ਰੋਜ਼ ਗੁਰਬਾਣੀ ਦਾ ਪਾਠ ਵੀ ਕਰਦੇ ਨੇ, ਉਹਦਾ ਮਾਫੀ ਦੀ ਅਰਦਾਸ ਵੀ ਕਰਦੇ ਨੇ। ਔਰ ਕੱਲ੍ਹ ਹੀ ਇੱਕ ਅੱਜ ਦੀਆਂ ਅਖਬਾਰਾਂ ਦੇ ਵਿੱਚ ਮੀਡੀਆ 'ਚ ਤੁਸੀਂ ਚੈਨਲਾਂ 'ਚ ਅਖਬਾਰਾਂ 'ਚ ਖਬਰਾਂ ਵੀ ਤੁਸੀਂ ਦੇਖੀਆਂ ਸੁਣੀਆਂ ਪੜ੍ਹੀਆਂ ਨੇ ਕਿ ਉਹਨਾਂ ਦੇ ਵਿਰੁੱਧ ਮਾਂ ਬਾਪ ਨੇ ਜਿਹੜੇ 88 ਤੋਂ 90 ਸਾਲ ਦੇ ਵਿੱਚ ਹੈਗੀ ਆ, ਉਹਨੇ ਨੇ ਗੁਹਾਰ ਲਗਾਈ ਹੈ ਸ੍ਰੀ ਅਕਾਲ ਤਖਤ ਸਾਹਿਬ ਤੇ ਸਿੰਘ ਸਾਹਿਬਾਨ ਨੂੰ ਇੱਕ ਪੱਤਰ ਲਿਖ ਕੇ ਆਪਣੇ ਪੋਤਰੇ ਸੋਨੂੰ ਨਿਗਾਲ ਦੇ ਹੱਥ ਕਿ ਸਾਡੀ ਜਿਹੜੀ ਬਿਰਧ ਅਵਸਥਾ ਪਤਾ ਨਹੀਂ ਜੀਵਨ ਦੀ ਡੋਰ ਕਦੋਂ ਟੁੱਟ ਜਾਣੀ ਹੈ ਅਤੇ ਸਾਡਾ ਪਰਿਵਾਰ ਜਿਹੜਾ ਅੰਮ੍ਰਿਤਧਾਰੀ ਗੁਰਸਿੱਖ ਹੈ, ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਮੰਨਦਾ ਹੈ, ਗੁਰੂ ਸਾਹਿਬ ਦਾ ਉਪਾਸ਼ਕ ਹੈ ਪੂਰੀ ਤਰ੍ਹਾਂ। ਲੇਕਿਨ ਸਾਡੇ ਬੱਚੇ ਕੋਲੋਂ ਸੁੱਚਾ ਸਿੰਘ ਗਾਰ ਕੋਈ ਗਲਤੀ ਹੋ ਗਈ ਹੈ, ਕਿਤੇ ਇਹ ਨਾ ਹੋਵੇ ਕਿ ਸੰਸਾਰ ਤੋਂ ਕੂਚ ਕਰਨ ਤੋਂ ਪਹਿਲਾਂ ਅਸੀਂ ਆਪਣੇ ਮਨ ਦੇ ਵਿੱਚ ਇਹ ਗੱਲ ਲੈ ਕੇ ਜਾਈਏ ਕਿ ਸਾਡੇ ਪਰਿਵਾਰ 'ਚੋਂ ਕੋਈ ਵਿਅਕਤੀ ਜਿਹੜਾ ਪੰਥ 'ਚੋਂ ਛੇਕਿਆ। ਅਤੇ ਉਹਨਾਂ ਨੇ ਇਹ ਬੇਨਤੀ ਪੱਤਰ ਭੇਜ ਕੇ ਉਹਨਾਂ ਨੂੰ ਸਿੰਘ ਸਾਹਿਬਾਨ ਨੂੰ ਇਹ ਕਿਹਾ ਵੀ ਸਾਡੇ ਜਿਉਂਦੇ ਜੀ ਸੁੱਚਾ ਸਿੰਘ ਲੰਗਾ ਨੂੰ ਮਾਫ ਕੀਤਾ ਜਾਏ। ਤੁਸੀਂ ਇਹ ਦੱਸੋ ਵੀ ਇਸ ਗੱਲ ਨਾਲ ਤੁਸੀਂ ਕਿੰਨੇ ਕੁ ਸਹਿਮਤ ਹੋ ਕਿ ਸੁੱਚਾ ਸਿੰਘ ਲੰਗਾ ਨੂੰ ਜਿਹੜਾ ਉਹਨੇ ਗੁਨਾਹ ਕੀਤਾ ਉਹਨੂੰ ਮਾਫ ਕਰਨਾ ਚਾਹੀਦਾ ਕਿ ਨਹੀਂ ਕਰਨਾ ਚਾਹੀਦਾ? ਸੁੱਚਾ ਸਿੰਘ ਲੰਗਾ ਨੇ ਜੀਵਨ ਦੌਰਾਨ ਜੋ ਕੁਝ ਉਹਨਾਂ ਗਲਤੀ ਕੀਤੀ ਹੈ ਉਹਦਾ ਖਮਿਆਜਾ ਉਹਨੂੰ ਭੁਗਤਣਾ ਪਿਆ। ਜਦੋਂ ਕੇਸ ਸਾਹਮਣੇ ਆਇਆ ਉਸ ਵੇਲੇ ਉਹਨੂੰ ਜੇਲ੍ਹ 'ਚ ਵੀ ਸਮਾਂ ਬਿਤਾਉਣਾ ਪਿਆ। ਅਖੀਰ 'ਤੇ ਜਿਸ ਬੀਬੀ ਨੇ ਦੋਸ਼ ਲਾਏ ਸਨ ਉਹਨੇ ਆਪਣੇ ਦੋਸ਼ ਜਿਹੜੇ ਉਹ ਵਾਪਸ ਲੈ ਲਏ ਅਤੇ ਉਸ ਤੋਂ ਬਾਅਦ ਉਹ ਅਦਾਲਤ ਵੱਲੋਂ ਬਰੀ ਹੋ ਗਏ। ਅਦਾਲਤ ਤੋਂ ਬਰੀ ਹੋਣ ਤੋਂ ਬਾਅਦ ਸੁੱਚਾ ਸਿੰਘ ਲੰਗਾ ਨੇ ਅੱਜ ਤੱਕ ਮੇਰੇ ਖਿਆਲ ਕਰੀਬ 4 ਜਾਂ 5 ਪੱਤਰਕਾਵਾਂ ਖਿਮਾ ਯਾਚਨਾ ਦੀਆਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਭੇਜੀਆਂ। 1-2 ਵਾਰ ਉਹ ਆਪ ਵੀ ਹਾਜ਼ਰ ਹੋ ਕੇ ਉੱਥੇ ਪੇਸ਼ ਹੋ ਕੇ ਉਹਨੇ ਆਪਣੀ ਖਿਮਾ ਯਾਚਨਾ ਕੀਤੀ। ਮਸਲਾ ਇਹ ਹੈ ਕਿ ਜਿਹੜਾ ਉਹਨੇ ਗੁਨਾਹ ਕੀਤਾ, ਅਵਗਿਆ ਹੋਈ, ਵਾਕਈ ਬੜੀ ਮਾੜੀ ਗੱਲ ਹੈ। ਇਹ 'ਚ ਤਾਂ ਕੋਈ ਦੋ ਰਾਮਾ ਨਹੀਂ। ਕੋਈ ਵੀ ਗੁਰਸਿੱਖ ਪਿਆਰਾ ਤਾਂ ਛੱਡੋ, ਕੋਈ ਵੀ ਮਨੁੱਖ ਉਸ ਜਿਹੜੀ ਆਪਾਂ ਅਵਗਿਆ ਦੀ ਜਿਹੜੀ ਆ ਪ੍ਰੋੜਤਾ ਨਹੀਂ ਕਰੇਗਾ। ਪਰ ਸੁੱਚਾ ਸਿੰਘ ਲੰਗਾ ਇੱਕ ਸਿੱਖ ਧਰਮ ਨਾਲ ਸੰਬੰਧਿਤ ਰੱਖਣ ਵਾਲਾ ਵਿਅਕਤੀ ਹੈ। ਸਗੋਂ ਸਿੱਖ ਹੀ ਨਹੀਂ, ਹਰ ਕੋਈ ਮਨੁੱਖ ਭੁੱਲਣਹਾਰ ਹੈ। ਜਿਵੇਂ ਗੁਰਬਾਣੀ ਕਹਿੰਦੀ ਹੈ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਸੋ ਮਨੁੱਖ ਭੁੱਲਣਹਾਰ ਹੈ। ਮਨੁੱਖ ਕੋ ਕੋਈ ਵੀ ਕਿਸੇ ਕਿਸਮ ਦੀ ਕਿਸੇ ਵੀ ਵੇਲੇ ਅਵਗਿਆ ਗਲਤੀ ਹੋ ਸਕਦੀ ਹੈ, ਕੋਈ ਵੱਡੀ ਗੱਲ ਨਹੀਂ। ਸੁੱਚਾ ਸਿੰਘ ਲੰਗਾ ਦੀ ਜਿਹੜੀ ਭੁੱਲ ਅਵਗਿਆ ਜਿਹੜੀ ਆ ਉਹ ਕੁਰੈਤ ਨਾਲ ਸੰਬੰਧਿਤ ਆ।
ਗੁਰਮਤ ਦੇ ਵਿੱਚ, ਸਿੱਖੀ ਦੇ ਵਿੱਚ 4 ਕੁਰੈਤਾਂ ਨੇ ਅਜਿਹੀਆਂ, ਜੇ ਉਹ ਕੁਰੈਤਾਂ ਵਿੱਚ ਕੋਈ ਵੀ ਕੁਰੈਤ ਹੋ ਜਾਵੇ ਤਾਂ ਉਹਨੂੰ 5 ਪਿਆਰਿਆਂ ਕੋਲ ਪੇਸ਼ ਹੋਣਾ ਪੈਂਦਾ ਹੈ। ਕਿਹੜੀਆਂ 4 ਕੁਰੈਤਾਂ ਨੇ, ਤੁਸੀਂ ਬਿਆਨ ਕਰੋ। ਸਿੱਖ ਰਹਿਤ ਮਰਿਆਦਾ ਅਨੁਸਾਰ ਕੁਰੈਤਾਂ 4 ਨੇ, ਜਿਹਦੇ ਵਿੱਚ ਕੇਸਾਂ ਦੀ ਬੇਅਦਬੀ, ਪਰ ਪੁਰਸ਼ ਪਰ ਇਸਤਰੀ ਦਾ ਗਮਨ ਕਰਨਾ, ਕੁੱਥਾ ਖਾਣਾ ਔਰ ਤੰਬਾਕੂ ਦਾ ਸੇਵਨ ਕਰਨਾ। ਸੁੱਚਾ ਸੋ ਲੰਗਾ ਇਹਨਾਂ 4 ਕੁਰੈਤਾਂ ਦੇ ਵਿੱਚ ਇੱਕ ਕੁਰੈਤ ਦਾ ਉਹ ਬਾਗੀਦਾਰ ਆ, ਜਿਸ ਕਰਕੇ ਉਹਨੂੰ ਤਨਖਾਹੀਆ ਕਰਾਰ ਦਿੱਤਾ ਜਾਣਾ ਬਣਦਾ ਸੀ। ਪਰ ਉਸ ਵੇਲੇ ਦਾ ਘਟਨਾਕ੍ਰਮ ਤੁਹਾਨੂੰ ਪਤਾ ਹੀ ਹੈ, ਕਿਹੋ ਜਿਹਾ ਮਾਹੌਲ ਚੱਲਿਆ ਸੀ। ਡੇਰਾ ਸਿਰਸਾ ਨੂੰ ਸਾਧ ਨੂੰ ਮਾਫੀ ਦੇਣ ਦੇ ਚੱਕਰਾਂ ਦੇ ਵਿੱਚ ਮੈਨੂੰ ਲੱਗਦਾ ਕਿ ਉਹ ਡੈਮੇਜ ਕੰਟਰੋਲ ਕਰਨ ਵਾਸਤੇ ਹੀ ਜਿਹੜਾ ਮਸਲਾ 5 ਪਿਆਰਿਆਂ ਕੋਲ ਜਾ ਕੇ ਹੱਲ ਹੁੰਦਾ ਸੀ, 5 ਪਿਆਰਿਆਂ ਕੋਲ ਜਾ ਕੇ ਹੱਲ ਕਰਨ ਦੀ ਥਾਂ ਤੇ ਸੁੱਚਾ ਸੋ ਲੰਗਾ ਨੂੰ ਬਿਨਾਂ ਸੱਦੇ ਬੁਲਾਏ ਤੋਂ ਹੀ ਪੰਥ ਦੇ ਵਿੱਚੋਂ ਖਾਰਜ ਕਰ ਦਿੱਤਾ ਗਿਆ। ਔਰ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਆਪ ਜੀ ਗੱਲ ਕਰ ਰਹੇ ਹੋ, ਸੁੱਚਾ ਸੋ ਲੰਗਾ ਨੂੰ ਮਾਫੀ ਦਿੱਤੀ ਜਾਣੀ ਚਾਹੀਦੀ ਹੈ ਕਿ ਨਹੀਂ ਦਿੱਤੀ ਜਾਣੀ ਚਾਹੀਦੀ, ਮੈਂ ਸਮਝਦਾ ਜੇਕਰ ਸਿੱਖ ਰਵਾਇਤਾਂ, ਸਿੱਖ ਇਤਿਹਾਸ ਨੂੰ ਜੇ ਆਪਾਂ ਥੋੜ੍ਹਾ ਜਿਹਾ ਵੀ ਗੌਰ ਕਰ ਲਈਏ ਨਾ ਜੀ, ਸਿੱਖੀ ਦੇ ਵਿੱਚ ਸੰਗਸਾਰ ਦੀ ਪ੍ਰਥਾ ਨਹੀਂ ਹੈਗੀ। ਜਿਵੇਂ ਇਸਲਾਮ ਦੇ ਵਿੱਚ ਸੰਗਸਾਰ ਜਾਂ ਹੋਰ ਵੀ ਕਈ ਧਰਮਾਂ ਦੇ ਵਿੱਚ ਸੰਗਸਾਰ ਦੀ ਪ੍ਰਥਾ, ਪਰ ਸਿੱਖੀ ਦੇ ਵਿੱਚ ਇਹ ਪ੍ਰਥਾ ਨਹੀਂ ਹੈਗੀ। ਸਿੱਖੀ ਦੇ ਵਿੱਚ ਘਰ ਆਏ ਨੂੰ, ਸ਼ਰਨ ਆਏ ਨੂੰ ਮਾਫੀ ਦੇਣ ਦੀ ਪ੍ਰਥਾ ਹੈ। ਇਸੇ ਪ੍ਰਥਾ ਤਹਿਤ ਹੀ ਜਿੱਥੇ ਸਾਡੇ ਕੋਲ ਨਾਮ ਜਪਣ, ਵੰਡ ਛਕਣ ਦੇ ਜਿਹੜੇ ਸਾਡੇ ਕੋਲ ਸੰਕਲਪ ਨੇ, ਉੱਥੇ ਖਿਮਾ ਦਾ ਵੀ ਬੜਾ ਵੱਡਾ ਸੰਕਲਪ ਸਾਡੇ ਕੋਲ ਮੌਜੂਦ ਹੈ। ਗੁਰੂ ਸਾਹਿਬਾਨ ਦੀ ਹੀ ਸਾਨੂੰ ਬਖਸ਼ਿਸ਼ ਹੈ। ਸਤਿਗੁਰੂ ਗੁਰੂ ਰਾਮਦਾਸ ਜੀ ਦਾ ਇੱਥੋਂ ਤੱਕ ਕਹਿੰਦੇ ਨੇ, ਕੋਈ ਨਿੰਦਕ ਹੋਵੇ ਸਤਿਗੁਰੂ ਕਾ, ਫਿਰ ਸ਼ਰਨ ਗੁਰ ਆਵੇ, ਪਿਛਲੇ ਗੁਨਾਹ ਸਤਿਗੁਰ ਬਖਸ਼ ਲਏ, ਸਤ ਸੰਗਤ ਨਾਲ ਰਲਾਵੇ। ਕਹਿਣ ਤੋਂ ਭਾਵ ਜੇ ਕੋਈ ਗੁਰਸਿੱਖ ਪਿਆਰਾ ਗੁਰੂ ਪ੍ਰਤੀ ਅਪਮਾਨਜਨਕ ਜੇ ਕੋਈ ਕਾਰਾ ਕਰ ਵੀ ਜਾਵੇ ਨਾ, ਸਤਿਗੁਰੂ ਉਹਨੂੰ ਵੀ ਆਪਣੀ ਗੱਲ ਨਾਲ ਲਾ ਕੇ ਬਖਸ਼ ਦਿੰਦੇ ਨੇ। ਸੋ ਮੇਰੀ ਸਤਿਗੁਰੂ ਦੀ ਐਡੀ ਵੱਡੀ ਬਖਸ਼ਿਸ਼ ਹੋਵੇ, ਬਾਕੀਆਂ ਗੱਲਾਂ ਤਾਂ ਬਹੁਤ ਛੋਟੀਆਂ ਰਹਿ ਜਾਂਦੀਆਂ ਨੇ। ਇਸੇ ਤਰ੍ਹਾਂ ਹੀ ਸਾਡੀ ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਥਾ ਜਿਹੜੀ ਚੱਲੀ ਆ ਰਹੀ ਹੈ, ਜੋ ਸ਼ਰਨ ਆਵੇ ਤੇ ਸੁਕੰਠ ਲਾਵੇ। ਜਿਹੜਾ ਕੋਈ ਸ਼ਰਨ ਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਥ ਦੇ, ਜਿਹੜਾ ਵੀ ਸ਼ਰਨ ਆ ਗਿਆ, ਗੁਰੂ ਦੇ ਜਿਹੜਾ ਵੀ ਸ਼ਰਨ ਆ ਗਿਆ, 5 ਪਿਆਰੇ ਨੇ ਜਿਹੜਾ ਵੀ ਸ਼ਰਨ ਆ ਗਿਆ, ਉਹਨੂੰ ਆਪਣੇ ਕੰਠ ਲਾਉਣ ਦੀ ਪ੍ਰਥਾ ਜਿਹੜੀ ਆ ਉਹ ਚੱਲੀ ਆ ਰਹੀ ਹੈ, ਜਿਸ ਤੋਂ ਕੋਈ ਵੀ ਗੁਰਸਿੱਖ ਪਿਆਰਾ ਮੁਨਕਰ ਨਹੀਂ ਹੋ ਸਕਦਾ। ਪ੍ਰੋਫੈਸਰ ਸਾਹਿਬ ਇੱਕ ਬੰਨੇ ਤੁਸੀਂ ਅਕਾਲ ਤਖਤ ਦੇ ਸਿਧਾਂਤਾਂ ਦੀ ਗੱਲ ਕਰਦੇ ਹੋ, ਗੁਰਬਾਣੀ ਦਾ ਫਰਮਾਨ ਦੇ ਕੇ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਠੀਕ ਹੈ। ਲੇਕਿਨ ਦੂਸਰੇ ਪਾਸੇ ਇਹਨਾਂ ਦਿਨਾਂ ਦਰਮਿਆਨ ਜਦੋਂ ਸੁੱਚਾ ਸਿੰਘ ਲੰਗਾ ਜਿਹੜੇ ਨੇ ਇੱਕ ਨਿਮਾਣੇ ਸਿੱਖ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਸੀਟ ਹੇਠਾਂ ਰੋਜ਼ ਗੁਰਬਾਣੀ ਦਾ ਪਾਠ ਕਰਦੇ ਨੇ ਅਤੇ ਖਿਮਾ ਯਾਚਨਾ ਦੀ ਅਰਦਾਸ ਕਰ ਰਹੇ ਨੇ, ਉਹਦੇ ਦਰਮਿਆਨ ਕੁਝ ਲੋਕਾਂ ਨੇ ਵਿਰੋਧ ਕੀਤਾ। ਇੱਥੋਂ ਤੱਕ ਉਹਨਾਂ ਨੇ ਕਹਿ ਦਿੱਤਾ ਵੀ ਅਸੀਂ ਸਿਰ ਦੇਣ ਤੱਕ ਜਿਹੜੇ ਤਿਆਰ ਹੋ ਜਾਣਗੇ ਜੇ ਸੁੱਚਾ ਸਿੰਘ ਲੰਗਾ ਨੂੰ ਮਾਫ ਕੀਤਾ ਗਿਆ ਤਾਂ। ਦੂਸਰੇ ਬੰਨੇ ਉਹ ਵੀ ਲੋਕ ਆਏ ਜਿਨ੍ਹਾਂ ਨੇ ਕਿਹਾ ਵੀ ਸੁੱਚਾ ਸਿੰਘ ਲੰਗਾ ਨੂੰ ਜਿਹੜਾ ਮਾਫ ਕਰਨਾ ਚਾਹੀਦਾ, ਠੀਕ ਹੈ। ਉਹਦੇ ਵਿੱਚ ਕੁਝ ਜਥੇਬੰਦੀਆਂ ਲੋਕ ਵੀ ਸ਼ਾਮਲ, ਕੋਈ ਵਿਰੋਧੀ ਧਿਰ ਨੇ, ਕੋਈ ਰਾਜਨੀਤਿਕ ਵੀ ਆ, ਕਿ ਦੂਜੇ ਵੀ ਹਰ ਤਰ੍ਹਾਂ ਦੇ ਸਮਾਜਿਕ ਵੀ ਹੈਗੇ ਨੇ। ਕਿ ਇਹ ਦੱਸੋ ਕਿ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੋਣ ਦੇ ਨਾਤੇ ਸੁੱਚਾ ਸਿੰਘ ਦਾ ਲੰਗਾ ਮਾਫ ਕਰਨ ਯੋਗ ਹੈ? ਸਵਾਲ ਬੜਾ ਤੁਹਾਡਾ ਪੇਚੀਦਾ ਹੈ। ਜੇਕਰ ਆਮ ਤੌਰ 'ਤੇ ਆਪਾਂ ਵਿਅਕਤੀਗਤ ਜਾਂ ਕੋਈ ਦੁਨਿਆਵੀ ਗੱਲ ਕਰੀਏ, ਫਿਰ ਤਾਂ ਵਾਕਿਆ ਹੀ ਇਹ ਜਿਹੇ ਗੁਨਾਹ ਜਿਹੜੇ ਆ ਹਰ ਮਨ ਦੇ ਵਿੱਚ ਆਉਂਦਾ ਹੈ ਕਿ ਇਹ ਜਿਹੜੀ ਗੁਨਾਹਗਰ ਨੂੰ ਮਾਫ ਨਾ ਕੀਤਾ ਜਾਵੇ। ਪਰ ਕਿਉਂਕਿ ਆਪਾਂ ਗੱਲ ਗੁਰਮਤਿ ਸਿਧਾਂਤਾਂ ਦੇ ਅਨੁਕੂਲ ਕਰਦੇ ਹਾਂ, ਗੁਰਮਤਿ ਦੇ ਵਿੱਚ ਜਿਵੇਂ ਆਪਾਂ ਪਹਿਲਾਂ ਹੀ ਕਿਹਾ ਕਿ ਖਿਮਾ ਦੀ ਬੜੀ ਵੱਡੀ ਜਿਹੜੀ ਹੈਗੀ ਉਹ ਸਾਡੇ ਕੋਲ ਸੰਕਲਪ ਮੌਜੂਦ ਆ। ਉੱਥੇ ਗੁਰੂ ਅਰਜਨ ਦੇਵ ਜੀ ਜਿਹੜੇ ਲੋਕ ਕਹਿੰਦੇ ਨੇ ਨਾ ਕਿ ਖਿਮਾ ਯਾਚਕ ਨੂੰ, ਇਹੋ ਜਿਹਿਆਂ ਨੂੰ ਜਾਂ ਲੰਗਾ ਨੂੰ ਮਾਫ ਨਹੀਂ ਕੀਤਾ ਜਾਣਾ ਚਾਹੀਦਾ, ਉੱਥੇ ਮੈਂ ਉਹਨਾਂ ਨੂੰ ਇਹ ਬੇਨਤੀ ਜ਼ਰੂਰ ਕਰਾਂਗਾ ਕਿ ਉਹਨਾਂ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਦੀਆਂ ਕੁਝ ਕੁ ਜਿਹੜੇ ਗੁਰਬਾਣੀ ਦੇ ਵਿੱਚ ਅੰਕਿਤ ਨੇ 624 ਅੰਗ ਦੇ ਉੱਤੇ, ਉਸ ਗੁਰਬਾਣੀ ਦੇ ਉੱਤੇ, ਉਸ ਫਰਮਾਨ ਉੱਤੇ ਗੌਰ ਕਰਨ ਦੀ ਲੋੜ ਹੈ, ਜਿਸ ਦੇ ਵਿੱਚ ਗੁਰੂ ਸਾਹਿਬ ਨੇ ਫਰਮਾਇਆ, ਜੈਸਾ ਬਾਲਕ ਭਾਈ ਸੁਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਤੀ, ਬਹੁਰ ਪਿਤਾ ਗੱਲ ਲਾਵੇ, ਪਿਛਲੇ ਔਗੁਣ ਬਖਸ਼ ਲਏ ਪ੍ਰਭ ਆਗੇ ਮਾਰਗ ਪਾਵੇ। ਇਹ ਗੁਰਮਤਿ ਸਿਧਾਂਤ ਹੈ।
ਜੇ ਕੋਈ ਬੱਚਾ ਗਲਤੀ ਕਰਦਾ ਹੈ ਤੇ ਮਾਂ ਪਿਓ ਉਹਨੂੰ ਫਿਰ ਵੀ ਝਿੜਕ ਕੇ ਆਪਣੀ ਗੱਲ ਨਾਲ ਲਾ ਲੈਂਦਾ ਹੈ, ਉਵੇਂ ਹੀ ਸਤਿਗੁਰੂ ਸਾਨੂੰ ਜਿਹੜੇ ਅਵਗਿਆਕਾਰ ਨੇ, ਜੇ ਉਹ ਆਪਣਾ ਪਛਤਾਤਾਪ ਕਰਦੇ ਨੇ, ਉਹਨੂੰ ਆਪਣੀ ਗੱਲ ਨਾਲ ਲਾ ਲੈਂਦੇ ਆ। ਨਾ ਸਿਰਫ ਗੱਲ ਨਾਲ ਲਾਉਂਦੇ, ਸਗੋਂ ਸੁਮਾਰਕ ਵੀ ਪਾਉਂਦੇ ਜਿਹੜੀ ਆ ਨਾ, ਉਹ ਜ਼ਿੰਮੇਵਾਰੀ ਵੀ ਬਾਖੂਬੀ ਨਿਭਾਉਂਦੇ ਨੇ। ਇਹ ਸਾਡੀ ਗੁਰਮਤਿ ਸਿਧਾਂਤ ਹੀ ਹੈ। ਇਸ ਕਰਕੇ ਜੇ ਲੰਗਾਹ ਸਾਹਿਬ ਵਾਰ-ਵਾਰ ਅਕਾਲ ਤਖਤ ਸਾਹਿਬ ਦੇ ਝੁਕ ਰਹੇ ਨੇ, ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦੇ 5 ਪਿਆਰਿਆਂ ਅੱਗੇ, 5 ਸਿੰਘ ਸਾਹਿਬਾਨ ਅੱਗੇ ਜੇ ਉਹ ਪੇਸ਼ ਹੁੰਦੇ ਨੇ, ਉਸ ਮੁੱਦੇ ਨੂੰ ਜ਼ਰੂਰ ਵਿਚਾਰਨਾ ਚਾਹੀਦਾ। ਸਾਡੀ ਗੁਰਮਰਿਆਦਾ ਵੀ ਇਹੀ ਕਹਿੰਦੀ ਹੈ, ਰਹਿਤ ਮਰਿਆਦਾ ਦੇ ਵਿੱਚ ਵੀ, ਕਿ ਜੇ ਕੋਈ ਗੁਨਾਹਗਾਰ ਬਖਸ਼ਣ ਵਾਸਤੇ 5 ਪਿਆਰਿਆਂ ਕੋਲ ਪੇਸ਼ ਹੁੰਦਾ ਹੈ ਤੇ ਉਸ ਬਖਸ਼ਣ ਲੱਗਿਆਂ ਹੱਠ ਨਹੀਂ ਕਰਨੀ ਚਾਹੀਦੀ। ਤੇ ਮੈਂ ਅਪੀਲ ਕਰਾਂਗਾ ਜਥੇਦਾਰ ਸਾਹਿਬ ਨੂੰ ਵੀ ਕਿ ਆਪਾਂ ਵੀ ਇਸ ਮਾਮਲੇ ਦੇ ਉੱਤੇ ਸੰਜੀਦਗੀ ਵਿਖਾਈਏ, ਗੁਰਮਤਿ ਅਨੁਸਾਰੀ ਜਿਹੜੀ ਹੈ ਜੋ ਵੀ ਕੁਝ ਕਾਰਵਾਈ ਹੋਣੀ ਚਾਹੀਦੀ ਹੈ ਉਹ ਕਾਰਵਾਈ ਅਮਲ ਦੇ ਵਿੱਚ ਜ਼ਰੂਰ ਲਿਆਈਏ, ਤਾਂ ਕਿ ਕੋਈ ਵੀ ਗੁਰਸਿੱਖ ਜਿਹੜਾ ਵਾ ਪਛਤਾਤਾਪ ਕਰਨ 'ਤੇ ਵੀ ਉਹਨੂੰ ਅਵਸ਼ ਗੁਰੂ ਘਰ ਨਾਲ ਜੁੜਨ ਦਾ ਮੌਕਾ ਜਿਹੜਾ ਉਹ ਦਿੱਤਾ ਜਾਣਾ ਚਾਹੀਦਾ। ਗੁਰਬਾਣੀ ਤੇ ਆਧਾਰਿਤ ਜਾਂ ਕਿਸੇ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਮੁਤਾਬਕ ਅਸੀਂ ਜੇ ਤੁਹਾਡੀ ਕੋਈ ਸਮੇਂ ਲਈ ਗੱਲ ਮੰਨ ਲੈਂਦੇ ਹਾਂ, ਤੇ ਸਾਨੂੰ ਤੁਸੀਂ ਇਹ ਦੱਸੋ ਕਿ ਤੁਸੀਂ ਕੀ ਸਮਝਦੇ ਵੀ ਚਰਨਜੀਤ ਸਿੰਘ ਚੱਢਾ ਜਿਹੜੇ ਸਾਬਕਾ ਪ੍ਰਧਾਨ ਰਹੇ ਨੇ ਚੀਫ ਖਾਲਸਾ ਦੀਵਾਨ ਦੇ, ਕੁਝ ਦਿਨ ਪਹਿਲਾਂ ਸਿੰਘ ਸਾਹਿਬਾਨ ਨੇ ਗੁਪਤ ਰੂਪ ਵਿੱਚ ਹੀ ਉਹਨਾਂ ਨੂੰ ਮਾਫ ਕਰ ਦਿੱਤਾ, ਮੀਡੀਆ ਨੂੰ ਨਹੀਂ ਸੀ ਪਤਾ, ਕੁਝ ਦਿਨਾਂ ਬਾਅਦ ਮਾਫ ਕਰਨਾ ਪਤਾ ਲੱਗਾ, ਉਹਦੇ ਗੁਨਾਹ 'ਚ ਤੇ ਸੁੱਚਾ ਸਿੰਘ ਲੰਗਾਹ ਦੇ ਗੁਨਾਹ ਦੇ ਵਿੱਚ ਕੀ ਫਰਕ ਸਮਝਦੇ ਤੁਸੀਂ? ਬਰਾਬਰ ਦੇ ਨੇ ਜਾਂ ਵੱਧ ਘੱਟ ਹੈ? ਇੰਨਾ ਹੀ ਜਵਾਬ ਚਾਹੀਦਾ। ਮੇਰੇ ਖਿਆਲ 'ਚ ਇਹਦੇ ਬਾਰੇ ਮੈਂ ਟਿੱਪਣੀ ਨਹੀਂ ਕਰਾਂ, ਕਿਉਂਕਿ ਤੁਸੀਂ ਸਾਰੇ ਉਸ ਬਾਰੇ ਜਾਣਦੇ ਹੀ ਹੋ। ਨਾ ਕੇਵਲ ਸੁੱਚਾ ਸਿੰਘ ਲੰਗਾਹ ਜਾਂ ਚਰਨਜੀਤ ਸਿੰਘ ਚੱਢਾ, ਅਜਿਹੇ ਮੇਰੇ ਕੋਲ ਹੋਰ ਵੀ ਕਈ ਪ੍ਰਮਾਣ ਨੇ ਜਿਹਦੇ ਵਿੱਚ ਕੁਝ ਇੱਕ ਸਿੰਘ ਸਾਹਿਬਾਨਾਂ ਦਾ ਵੀ ਨਾਂ ਵੀ ਵੱਜਦਾ ਹੈ। ਉਹਨਾਂ ਬਾਰੇ ਕੁਝ ਦਿਨ ਪਹਿਲਾਂ, ਕੁਝ ਮਹੀਨੇ ਪਹਿਲਾਂ ਰੇਡੀਓ ਦੇ ਵਿੱਚ ਵੀ ਕੁਝ ਗੱਲਾਂ ਬਾਤਾਂ ਹੋਈਆਂ। ਮੈਂ ਸਮਝਦਾ ਹਾਂ ਕਿ ਲੰਗਾਹ ਜਾਂ ਚੱਡੇ ਨੂੰ ਜੇ ਮਾਫੀ ਮੰਗਦੇ, ਮਾਫੀ ਜ਼ਰੂਰ ਦਿੱਤੀ ਜਾਵੇ, ਪਰ ਜਿਵੇਂ ਕਿ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇੱਕ ਹੁਕਮਨਾਮਾ ਲੰਗਾਹ ਦੇ ਸਬੰਧ 'ਚ ਜਾਰੀ ਹੋਇਆ, ਉਸ ਹੁਕਮਨਾਮੇ ਦਾ ਜਿਹੜਾ ਆਖਰੀ ਪਹਿਰਾ ਸੀ ਨਾ, ਦੂਜਾ ਜਿਹੜਾ ਪਹਿਰਾ ਆਖਰੀ, ਉਹਦੇ ਵਿੱਚ ਇਹ ਵੀ ਲਿਖਿਆ ਹੈ, ਅੰਕਿਤ ਕੀਤਾ ਗਿਆ ਸਪੈਸ਼ਲੀ, ਕਿ ਇਹੋ ਜਿਹੇ ਕਿਰਦਾਰ ਵਾਲੇ ਸ਼ਖਸ ਨੂੰ ਕਿਸੇ ਵੀ ਧਾਰਮਿਕ ਅਹਿਮ ਅਹੁਦੇ 'ਤੇ ਨਾ ਬਿਠਾਇਆ ਜਾਵੇ, ਉਹਨਾਂ ਬਾਰੇ ਪੜਤਾਲ ਜ਼ਰੂਰ ਕਰ ਲਿਆ ਜਾਵੇ। ਤਾਂ ਮੈਂ ਸਮਝਦਾ ਹਾਂ ਕਿ ਬੇਸ਼ੱਕ ਕਿਸੇ ਤਰ੍ਹਾਂ ਦੀਆਂ ਬੰਦਸ਼ਾਂ ਕਿਸੇ ਬੰਦੇ ਉੱਤੇ ਤੁਸੀਂ ਲਾਉਣੀਆਂ ਧਾਰਮਿਕ ਤੌਰ 'ਤੇ ਲਾਓ, ਪਰ ਉਹਨੂੰ ਤਲਬ ਕਰਕੇ ਉਹਦੀ ਵਿਥਿਆ ਜ਼ਰੂਰ ਸੁਣੋ, ਤਾਂ ਕਿ ਉਹਦੇ ਮਨ ਦੇ ਵਿੱਚ ਕਿਸੇ ਕਿਸਮ ਦੀ ਕੋਈ ਸ਼ੰਕਾ ਨਾ ਰਹਿ ਜਾਵੇ। ਗੁਰੂ ਘਰ ਨਾਲੋਂ ਟੁੱਟਣ ਤੋਂ ਉਹ ਕਿਸੇ ਨਾ ਕਿਸੇ ਤਰ੍ਹਾਂ ਉਹਨੂੰ ਗੁਰੂ ਘਰ ਦੇ ਵਿੱਚ ਵਾਪਸੀ ਦਾ ਰਸਤਾ ਜਿਹੜਾ ਬੰਦ ਨਹੀਂ ਕੀਤਾ ਜਾਣਾ ਚਾਹੀਦਾ। ਤੁਹਾਡਾ ਕਹਿਣ ਦਾ ਭਾਵ ਹੈ ਵੀ ਸੁੱਚਾ ਸਿੰਘ ਲੰਗਾਹ ਨੂੰ ਪੰਚੋ ਛੇਕਣ ਤੋਂ ਪਹਿਲਾਂ ਸਿੰਘ ਸਾਹਿਬਾਨ ਨੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਤਲਬ ਕਰਕੇ ਕੋਈ ਪੁੱਛਗਿੱਛ ਨਹੀਂ ਕੀਤੀ? ਜਿੱਥੋਂ ਤੱਕ ਮੈਨੂੰ ਪਤਾ ਹੈ, ਉਸ ਵੇਲੇ ਅਕਾਲ ਤਖਤ ਸਾਹਿਬ ਵੱਲੋਂ ਕੋਈ ਵੀ ਇਹੋ ਜਿਹੀ ਜਿਹੜੀ ਹੈ ਨਾ ਸਮਨ ਜਾਰੀ ਕਰਨ ਵਾਲੀ ਕੋਈ ਕਾਰਵਾਈ ਜਿਹੜੀ ਹੈ ਉਹ ਨਹੀਂ ਹੋਈ। ਸਗੋਂ ਜਿਹੜੀ ਸੂਝਵਾਨ ਲੋਕ ਨੇ, ਇੱਥੋਂ ਤੱਕ ਕੁਝ ਸਿੰਘ ਸਾਹਿਬਾਨਾਂ ਦਾ ਵੀ ਇਹੀ ਵਿਚਾਰ ਨੇ ਕਿ ਸੁੱਚਾ ਸਿੰਘ ਲੰਗਾਹ ਦੀ ਜਿਹੜੀ ਅਵਗਿਆ ਹੈ ਇਹ ਕੁਰੈਤ ਨਾਲ ਸੰਬੰਧਿਤ ਹੈ। ਉਹ ਕੁਰੈਤ ਸਿੱਖ ਮਰਿਆਦਾ ਅਨੁਸਾਰ, ਰਹਿਤ ਮਰਿਆਦਾ ਅਨੁਸਾਰ 5 ਪਿਆਰਿਆਂ ਕੋਲ ਪੇਸ਼ ਹੋ ਕੇ ਇਹ ਕੁਰੈਤ ਦੀ ਜਿਹੜੀ ਹੈ ਨਾ ਉਹ ਬਖਸ਼ਾਈ ਜਾ ਸਕਦੀ, ਸੋਧ ਕਰਵਾਈ ਜਾ ਸਕਦੀ ਸੀ। ਔਰ ਉਸ ਵੇਲੇ ਸਿੱਖ ਨਾਲੋਂ ਸੁੱਚਾ ਸਿੰਘ ਲੰਗਾਹ ਨੂੰ ਤਨਖਾਹੀਆ ਕਰਾਰ ਦਿੱਤਾ ਜਾਣਾ ਜਿਹੜਾ ਉਹ ਚਾਹੀਦਾ ਸੀ, ਜਿਹੜਾ ਮੈਂ ਸਮਝਦਾ ਕਿ ਉਸ ਵੇਲੇ ਕਿਸੇ ਕਾਰਨ ਇਹ ਜ਼ਰੂਰ ਉਸ ਵੇਲੇ ਦੇ ਇਹ ਜਿਹੜੇ ਕਾਰਜ ਜਿਹੜੇ ਉਹ ਸਟੈਪ ਜਿਹੜੇ ਨਹੀਂ ਚੁੱਕੇ ਗਏ। ਚਲੋ ਹੁਣ ਅਸੀਂ ਚੱਲਦੇ ਹਾਂ, ਜੋ ਸ਼ਰਨ ਆਵੇ ਤੇ ਸਕੰਠ ਲਾਵੇ ਦੇ ਸਿਧਾਂਤ ਵੱਲ ਜੇ ਅਸੀਂ ਜਾਂਦੇ ਹਾਂ, ਤਾਂ ਕੀ ਕਾਰਨ ਹੈ ਕਿ ਸਿੰਘ ਸਾਹਿਬਾਨ ਸੁੱਚਾ ਸਿੰਘ ਲੰਗਾਹ ਨੂੰ ਬਾਰ-ਬਾਰ ਮਾਫੀ ਮੰਗਣ ਦੇ ਬਾਵਜੂਦ ਵੀ ਮਾਫ ਨਹੀਂ ਕਰਦੇ? ਕਿ ਉਹਨਾਂ ਤੇ ਕੋਈ ਰਾਜਨੀਤਿਕ ਕੁੰਡਾ ਉਹ ਦਬਾਇਆ, ਜਾਂ ਕਿਸੇ ਨੂੰ ਆਪਣੇ ਅਹੁਦਾ ਖੁਸਣ ਦਾ ਖਦਸ਼ਾ? ਕੀ ਮਜਬੂਰੀ ਹੈਗੀ ਹੈ, ਜਾਂ ਉਹਨਾਂ ਦਾ ਗੁਨਾਹ ਹੀ ਐਸਾ ਕਿ ਮਾਫ ਨਹੀਂ ਕੀਤਾ ਜਾ ਸਕਦਾ? ਇਹਦੇ ਬਾਰੇ ਵੀ ਸਮਝਾਓ। ਦੇਖੋ, ਕਿਸੇ ਦਾ ਵੀ ਕਿਸੇ ਤਰ੍ਹਾਂ ਦਾ ਵੀ ਗੁਨਾਹ ਕਿਉਂ ਨਾ ਹੋਵੇ, ਉਹਨੂੰ ਮਾਫ ਕੀਤਾ ਜਾ ਸਕਦਾ। ਸਤਿਗੁਰੂ ਨਾਨਕ ਦੇਵ ਜੀ 4 ਉਦਾਸੀਆਂ ਕੀਤੀਆਂ, ਔਰ 4 ਉਦਾਸੀਆਂ ਦੌਰਾਨ ਉਹਨਾਂ ਕਈ ਤਰ੍ਹਾਂ ਦੇ ਇਹੋ ਜਿਹੇ ਸ਼ਖਸ ਜਿਹੜੇ ਲੋਕਾਂ ਨੂੰ ਮਿਲੇ, ਗੁਨਾਹਗਾਰਾਂ ਨੂੰ ਮਿਲੇ, ਪਾਪੀਆਂ ਨੂੰ ਮਿਲੇ, ਉਹਨਾਂ ਦਾ ਤਾਰਨਾ ਕੀਤਾ, ਉਹਨਾਂ ਨੂੰ ਆਪਣੀ ਗੱਲ ਨਾਲ ਲਾਇਆ। ਕਹਿਣ ਤੋਂ ਬਾਅਦ ਕਿਸੇ ਤਰ੍ਹਾਂ ਦਾ ਗੁਨਾਹ ਜਿਹੜਾ ਬਖਸ਼ਿਆ ਜਾ ਸਕਦਾ ਆਪਣੀ ਗੱਲ ਨਾਲ। ਸਤਿਗੁਰੂ ਜੀ ਆਪਣੀ ਗੱਲ ਲਾਉਂਦੇ ਨੇ। ਜਿਹੜੇ ਸਵਾਲ ਤੁਸੀਂ ਪੁੱਛਦੇ ਹੋ ਕਿ ਜਥੇਦਾਰ ਸਾਹਿਬ ਉਹਨਾਂ ਨੂੰ ਕਿਉਂ ਨਹੀਂ ਤਲਬ ਕਰ ਰਹੇ, ਕਿਉਂ ਨਹੀਂ ਮਾਫੀ ਦਿੱਤੀ ਜਾ ਰਹੀ, ਇਹ ਕੁਐਸਚਨ ਦਾ ਜਵਾਬ ਜਿਹੜਾ ਉਹ ਮੇਰੇ ਕੋਲੋਂ ਨਹੀਂ, ਸਗੋਂ ਉਹਨਾਂ ਕੋਲੋਂ ਹੀ ਤੁਹਾਨੂੰ ਮੰਗਣਾ ਚਾਹੀਦਾ, ਜਿਹੜੇ ਇਸ ਬਾਰੇ ਅਧਿਕਾਰ ਰੱਖਦੇ ਨੇ। ਇਹਦਾ ਇਹ ਕਾਰਨ ਨਹੀਂ ਹੈ ਕਿ ਜਿਵੇਂ ਗਿਆਨੀ ਗੁਰਬਚਨ ਸਿੰਘ ਨੇ
ਸੋ ਝੂਠਾ ਸੌਦਾ ਸਾਧ ਨੂੰ ਜਿਹੜਾ ਮਾਫ ਕਰ ਦਿੱਤਾ ਸੀ। ਤੇ ਇਸ ਗੱਲੋਂ ਨਾ ਕਿਤੇ ਉਹਨਾਂ ਦੇ ਅੰਦਰ ਡਰ ਪੈਦਾ ਹੋਵੇ ਵੀ ਕੱਲ ਨੂੰ ਜਥੇਬੰਦੀਆਂ ਜਿਹੜੀਆਂ ਇਹਨਾਂ ਦਾ ਵਿਰੋਧ ਕਰਨਗੇ ਸੁੱਚਾ ਸਿੰਘ ਲੰਗਾਹ ਨੂੰ ਕਿਉਂ ਮਾਫ ਕੀਤਾ, ਇਹਦੇ ਬਾਰੇ ਜੋ ਮੇ ਵੀ ਕੁਝ ਵੀ ਹੋ ਸਕਦਾ, ਇਵੇਂ ਦੇ ਵੀ ਕਸ਼ ਕਿਸੇ ਦੇ ਮਨ 'ਚ ਵੀ ਆ ਸਕਦੇ ਨੇ। ਪਰ ਮੈਂ ਸਮਝਦਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਵਰਗੇ ਸੰਸਥਾ ਦੇ, ਕਿਉਂਕਿ ਇਹ ਸਾਡੀ ਧਾਰਮਿਕ ਰਾਜਸੀ ਸੰਸਥਾ ਦੇ ਉੱਚ ਸਭ ਤੋਂ ਉੱਪਰਲਾ ਸੰਸਥਾ ਹੈ। ਇਸ ਤੋਂ ਉੱਪਰ ਸਾਡੇ ਕੋਲ ਕੋਈ ਸੰਸਥਾ ਨਹੀਂ, ਉਸ ਤੋਂ ਉੱਪਰ ਦਾ ਸਤਿਗੁਰੂ ਆਪ ਹੀ ਨੇ। ਮੈਂ ਸਮਝਦਾ ਕਿ ਜਿਹਦਾ ਅਕਾਲ ਤਖਤ ਸਾਹਿਬ ਦੀ ਸ਼ਖਸੀਅਤ ਔਰ ਕਿਰਦਾਰ ਇਹੋ ਜਿਹੀ ਹੋਣੀ ਚਾਹੀਦੀ ਹੈ ਜਿਹੜੀ ਕਿ ਕਿਸੇ ਵੀ ਦਬਾਅ ਅੱਗੇ ਕਿਸੇ ਤਰ੍ਹਾਂ ਦਾ ਦਬਾਅ ਜਿਹੜਾ ਵਾ ਉਹ ਮਹਿਸੂਸ ਨਾ ਕਰੇ, ਔਰ ਗੁਰਮਤਿ ਸਿਧਾਂਤ ਅਨੁਸਾਰ ਹੀ ਹਰ ਫੈਸਲੇ ਜਿਹੜੇ ਇਤਿਹਾਸਕ ਪੱਖ ਨੂੰ, ਪਰੰਪਰਾ ਨੂੰ, ਰਹਿਤ ਮਰਿਆਦਾ ਨੂੰ ਮੁੱਖ ਰੱਖ ਕੇ ਜਿਹੜੇ ਫੈਸਲੇ ਜਿਹੜੇ ਉਹ ਲੈਣੇ ਚਾਹੀਦੇ ਨੇ। ਔਰ ਮੈਂ ਆਸ ਕਰਦਾ ਹਾਂ ਜੈਦਾਰ ਸਾਹਿਬ ਕੋ ਉਹ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਬਾਖੂਬੀ ਜ਼ਰੂਰ ਇਸ ਪੱਖ ਤੋਂ ਵੀ ਨਿਭਾਉਣਗੇ। ਮੈਂ ਥੋੜੀ ਹਟ ਕੇ ਪਰੇ ਜਾ ਰਿਹਾ ਕਿ ਸੁੱਚਾ ਸਿੰਘ ਲੰਗਾਹ ਨੂੰ ਮਾਫੀ ਦਿਵਾਉਣ ਵਿੱਚ ਕਿਤੇ ਨਾ ਕਿਤੇ ਤੁਹਾਡੇ ਤੇ ਵੀ ਸੰਗਤਾਂ ਵੱਲੋਂ, ਵਿਰੋਧੀਆਂ ਵੱਲੋਂ ਦੋਸ਼ ਲਗਾਏ ਜਾਂਦੇ ਨੇ। ਲੋਕੀ ਇਹ ਵੀ ਕਹਿੰਦੇ ਨੇ ਤੁਸੀਂ ਉਹਦੀ ਸੱਜੀ ਬਾਂਹ ਜੇ। ਉਹਨਾਂ ਨੂੰ ਸਿੱਖ ਗੁਰਦੁਆਰਾ ਸਾਹਿਬਾਨ ਦੇ ਵਿੱਚ ਅੰਮ੍ਰਿਤਪਾਨ ਕਰਾਉਣ ਸੰਬੰਧੀ ਤੁਹਾਨੂੰ ਵੀ ਅਕਾਲ ਤਖਤ ਸਾਹਿਬ ਤੋਂ ਸਜ਼ਾ ਸੁਣਾਈ ਗਈ ਸੀ, ਕੀ ਸੱਚਾਈ ਹੈ ਇਹਦੇ ਵਿੱਚ? ਕੁਐਸਚਨ ਤੁਸੀਂ ਪੁੱਟ ਕੀਤਾ ਬਹੁਤ ਵਧੀਆ, ਪਰ ਕੁਐਸਚਨ ਦੇ ਵਿੱਚ ਕੁਝ ਮਿਲਗੁਬਾ ਔਰ ਸੁਚੇਤਤਾ ਦੀ ਕਮੀ ਉਹਦੇ ਵਿੱਚ ਆ ਗਈ ਹੈ। ਮੈਂ ਉਹਨੂੰ ਕਲੀਅਰ ਕਰ ਦੇਣੀ ਚਾਹਾਂਗਾ। ਪਹਿਲੀ ਗੱਲ ਤਾਂ ਇਹ ਹੈ ਕਿ ਮੈਂ ਕਿਸੇ ਵੀ ਸ਼ਖਸ ਦਾ ਕੋਈ ਖੱਬੀ ਸੱਜੀ ਬਾਂਹ ਨਹੀਂ ਹੈ। ਮੇਰੀ ਆਪਣੀ ਸਰਚਾਂ ਸਿੰਘ ਮੈਂ ਨਿਮਾਣਾ ਜਾ ਇੱਕ ਗੁਰਸਿੱਖ ਆ। ਸੁੱਚਾ ਸਿੰਘ ਲੰਗਾਹ ਨੂੰ ਜਿੱਥੋਂ ਤੱਕ ਅੰਮ੍ਰਿਤ ਛਕਾਉਣ ਦੇ ਵਰਤਾਰੇ ਦੇ ਵਿੱਚ ਦਾਸ ਦਾ ਨਾਂ ਆਉਣਾ, ਇਹਦੇ ਵਿੱਚ ਕੋਈ ਦੋ ਰਾਵਾਂ ਨੇ। ਵਾਕਿਆ ਕੁਝ ਰੋਲ ਦਾਸ ਵੱਲੋਂ ਉਸੋਂ ਨਿਭਾਈ ਗਈ ਹੈ। ਉਹ ਇਸ ਕਰਕੇ ਕਿ ਜੇ ਕੋਈ ਗੁਰਸਿੱਖ ਸਿੱਖੀ ਤੋਂ ਟੁੱਟਾ ਹੈ, ਉਹ ਘਰ ਵਾਪਸ ਆਉਣਾ ਚਾਹੁੰਦਾ ਹੈ, ਅਤੇ ਸਾਡਾ ਹਰੇਕ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਬਤੌਰ ਗੁਰਸਿੱਖ ਕਿ ਉਹਨੂੰ ਗੁਰੂ ਘਰ ਨਾਲ ਜੋੜਿਆ ਜਾ ਸਕੇ, ਉਹਦੇ ਲਈ ਕੋਸ਼ਿਸ਼ ਕੀਤੀ ਜਾਵੇ। ਸਾਡੇ ਕੋਲ ਇਤਿਹਾਸਕ ਪੱਖ ਤੋਂ ਵੇਖਿਆ ਜਾਵੇ ਤਾਂ ਗੁਰੂ ਇਤਿਹਾਸ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੇ ਸਮੇਂ ਭਾਈ ਸੱਤਾ ਜੀ, ਭਾਈ ਬਲਵੰਤ ਜੀ ਨੇ ਕੁਝ ਕਾਰਨ ਗੁਰੂ ਘਰ ਤੋਂ ਕੁਝ ਨਿੰਦਿਆ ਚੁਗਲੀ ਕਰਕੇ ਤੇ ਉਹ ਗੁਰੂ ਸਾਹਿਬ ਨੇ ਉਹਨਾਂ ਨੂੰ ਮੱਥੇ ਨਾ ਲੱਗਣ ਤੱਕ ਤੇ ਆਦੇਸ਼ ਜਾਰੀ ਕਰ ਦਿੱਤੇ ਸਨ। ਔਰ ਇੱਥੋਂ ਤੱਕ ਵੀ ਕਿ ਜੇ ਕੋਈ ਇਹਨੂੰ ਵਿਚੋਲਕੀ ਕਰੇਗਾ, ਇਹ ਉਹਦਾ ਮੂੰਹ ਕਾਲਾ ਕਰਕੇ ਉਹਨੂੰ ਖੋਤੇ 'ਤੇ ਵੀ ਬਿਠਾਇਆ ਜਾਵੇਗਾ। ਮੈਨੂੰ ਨਹੀਂ ਪਤਾ ਕਹਾਣੀ ਦੇ ਵਿੱਚ ਸੱਚਾਈ ਕਿੰਨੀ ਕੀ ਆ, ਪਰ ਹਰ ਗੁਰਸਿੱਖ ਇਸ ਕਥਾ ਕਹਾਣੀ ਨੂੰ, ਇਸ ਨੂੰ ਕਾਫੀ ਹੱਦ ਤੱਕ ਸਰਵਣ ਕਰਦੇ ਵੀ ਆ ਤਾਂ ਅਮਲ ਵੀ ਕਰਦੇ ਆ। ਮੈਨੂੰ ਵੀ ਇਹ ਮਹਿਸੂਸ ਹੋਇਆ ਕਿ ਵਾਕਿਆ ਹੀ ਇੱਕ ਗੁਰਸਿੱਖ ਨੂੰ ਗੁਰੂ ਘਰ ਦੇ ਵਿੱਚ ਵਾਪਸੀ ਕਰਾਉਣ ਵਾਸਤੇ ਕਿਸੇ ਨਾ ਕਿਸੇ ਨੂੰ ਤਾਂ ਸੰਜੀਦਗੀ ਨਾਲ ਭਾਈ ਲੱਧਾ ਜੀ ਵਰਗਾ ਰੋਲ ਜਿਹੜਾ ਉਹ ਨਿਭਾਉਣਾ ਪਵੇਗਾ। ਔਰ ਮੈਨੂੰ ਸੁਚੇਤ ਰੂਪ ਵਿੱਚ ਇਹ ਵੀ ਪਤਾ ਸੀ ਕਿ ਇਸ ਦਾ ਨਤੀਜਾ ਕੀ ਨਿਕਲਣਾ ਹੈ, ਪਰ ਕੋਈ ਵੀ ਗੁਰਸਿੱਖ ਨਤੀਜਿਆਂ ਦੀ ਪਰਵਾਹ ਨਹੀਂ ਕਰਦਾ। ਦਾਸ ਨੇ ਵੀ ਕੋਸ਼ਿਸ਼ ਕੀਤੀ, ਅਕਾਲ ਤਖਤ ਸਾਹਿਬ ਤੋਂ ਤਨਖਾਹੀਆ ਵੀ ਕਰਾਰ ਹੋਇਆ, ਪਰ ਜਿਹੜੀ ਗੱਲ ਤੁਸੀਂ ਕਹਿੰਦੀ ਹੋ ਕਿ ਮੈਨੂੰ ਤਨਖਾਹ ਜਿਹੜੀ ਸੁੱਚਾ ਸਿੰਘ ਲੰਗਾਹ ਨੂੰ ਅੰਮ੍ਰਿਤਪਾਨ ਕਰਾਉਣ ਦੇ ਵਰਤਾਰੇ ਦੇ ਵਿੱਚ ਸੁਣਾਇਆ ਗਿਆ, ਨਹੀਂ, ਇਹ ਨਿਰਮੂਲ ਆ। ਮੈਨੂੰ ਪੰਜ ਸਿੰਘ ਸਾਹਿਬਾਨ ਨੇ ਉਸ ਵੇਲੇ ਸੁੱਚਾ ਸਿੰਘ ਲੰਗਾਹ ਨੂੰ ਅੰਮ੍ਰਿਤਪਾਨ ਕਰਾਉਣ ਕਰਕੇ ਨਹੀਂ ਸੀ ਤਨਖਾਹੀਆ ਨਹੀਂ ਸੀ ਕਰਾਰ ਦਿੱਤਾ। ਸਗੋਂ ਸੁੱਚਾ ਸਿੰਘ ਲੰਗਾਹ ਜਿਹੜਾ ਪੰਥ ਵਿੱਚੋਂ ਛਿਕਿਆ ਹੋਇਆ ਵਿਅਕਤੀ ਹੈ, ਜਿਸ ਨੂੰ ਬਾਈਕਾਟ ਦੇ ਐਲਾਨ ਹੋਇਆ, ਉਸ ਨਾਲ ਮੇਲ ਮੁਲਾਕਾਤ ਕਰਕੇ ਹੀ ਤਨਖਾਹੀਆ ਕਰਾਰ ਦਿੱਤਾ ਗਿਆ, ਕਿਉਂਕਿ ਮੇਲ ਮੁਲਾਕਾਤ ਕਰਨ ਤੋਂ ਬਿਨਾਂ ਤਾਂ ਇਹ ਕਾਰਜ ਸੰਭਵ ਨਹੀਂ ਸੀ। ਮੇਲ ਮੁਲਾਕਾਤ ਕਰਕੇ ਹੀ ਸਾਰੇ ਕਾਰਜ ਜਿਹੜੇ ਸਿਰੇ ਚਾੜੇ ਜਾਂਦੇ ਆ। ਠੀਕ ਹੈ, ਮੇਲ ਮੁਲਾਕਾਤ ਕਰਕੇ ਹੀ ਇਹ ਕਾਰਜ ਜਿਹੜੇ ਆ ਉਹਨੂੰ ਸਲਾਹ ਦਿੱਤੀ ਗਈ, ਔਰ ਉਸ ਸਲਾਹ ਦੇ ਤਹਿਤ ਹੀ ਉਹਨਾਂ ਨੇ ਸਾਰੇ ਪੰਥ ਦੇ ਇਹ ਕਾਰਜ ਜਿਹੜੇ ਉਹ ਅੰਮ੍ਰਿਤ ਛਕਣ ਦਾ ਕੀਤਾ। ਰਹੀ ਗੱਲ ਪੰਜ ਸਿੰਘ ਸਾਹਿਬਾਨਾਂ ਵੱਲੋਂ ਅੰਮ੍ਰਿਤ ਸੰਚਾਰ ਨੂੰ ਗਲਤ ਠਹਿਰਾਉਣਾ, ਇਹੋ ਜਿਹੀ ਕੋਈ ਗੱਲ ਨਹੀਂ ਸੀ ਉਸ ਵੇਲੇ ਵੀ, ਕਿਉਂਕਿ ਜਿਵੇਂ ਮੈਂ ਆਪ ਜੀ ਨੂੰ ਪਹਿਲਾਂ ਦੱਸਿਆ ਕਿ ਦਾਸ ਨੂੰ ਜਿਹੜੀ ਸਜ਼ਾ ਸੁਣਾਈ ਜਾਂ ਦਾਸ ਦੇ ਨਾਲ ਹੋਰ ਦੋ ਸਾਥੀਆਂ ਨੇ ਵੀ ਸਜ਼ਾ ਸੁਣਾਈ ਸੀ, ਉਹ ਸਿਰਫ ਲੰਗਾਹ ਨਾਲ ਮੇਲ ਮੁਲਾਕਾਤ ਕਰਨ ਕਰਕੇ ਸੁਣਾਈ ਗਈ ਸੀ, ਨਾ ਕਿ ਅੰਮ੍ਰਿਤਪਾਨ ਦੇ ਵਰਤਾਰੇ ਕਰਕੇ। ਅੰਮ੍ਰਿਤਪਾਨ ਦੇ ਵਰਤਾਰੇ ਪ੍ਰਤੀ ਸਿੰਘ ਸਾਹਿਬਾਨਾਂ ਕੋਈ ਵੀ ਕਿੰਤੂ ਪਰੰਤੂ ਨਹੀਂ ਸੀ, ਜਿਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਅੰਮ੍ਰਿਤਪਾਨ ਕਰਨਾ ਜਿਹੜਾ ਮਰਿਆਦਾ ਅਨੁਸਾਰ ਬਿਲਕੁਲ ਹੀ ਸਹੀ ਸੀ। ਕੋਈ ਕਿਸੇ ਕਿਸਮ ਦਾ ਕੋਈ ਗਲਤ ਜਿਹੜਾ ਉਹ ਨਹੀਂ ਸੀ ਹੋਇਆ। ਔਰ ਮੈਂ ਕਹਿ ਸਕਦਾ ਹਾਂ ਕਿ ਅੱਜ ਸੁੱਚਾ ਸਿੰਘ ਲੰਗਾਹ ਅਕਾਲ ਤਖਤ ਸਾਹਿਬ ਦੇ ਸ੍ਰੀ ਦਰਬਾਰ ਸਾਹਿਬ ਦੇ ਨਤਮਸਤਕ ਹੋ ਰਹੇ ਨੇ,
ਉਸ ਦੇ ਪਿੱਛੇ ਇਹੀ ਕਾਰਨ ਕਾਰਜ ਕਰ ਰਹੇ ਨੇ ਕਿ ਉਸ ਵੇਲੇ ਉਹਨਾਂ ਨੇ ਪੰਜ ਪਿਆਰਿਆਂ ਕੋ ਪੇਸ਼ ਹੋ ਕੇ ਆਪਣੀ ਅਵਗਿਆ ਦੀ ਜਿਹੜੀ ਆ ਪਛਤਾਤਾਪ ਕਰਕੇ ਦੁਬਾਰਾ ਅੰਮ੍ਰਿਤਪਾਨ ਕੀਤਾ, ਉਹ ਸੋਧ ਦੀ ਅਰਦਾਸ ਕੀਤੀ ਕਰਵਾਈ। ਉਸ ਕਾਰਨ ਹੀ ਉਹਨਾਂ ਨੂੰ ਅੱਜ ਅਕਾਲ ਤਖਤ ਸਾਹਿਬ ਦੇ ਹਾਜ਼ਰ ਹੋਣ ਦਾ ਜਿਹੜਾ ਮੌਕਾ ਅਵਸਰ ਪ੍ਰਾਪਤ ਹੋ ਰਿਹਾ ਹੈ। ਨਹੀਂ ਤੇ ਜਿਵੇਂ ਸਿੱਖੀ ਦੇ ਵਿੱਚ ਕੋਈ ਵੀ ਜਿਹੜਾ ਕੁਰੈਤੀ ਹੈ, ਜਿਹੜਾ ਤਨਖਾਹੀ ਹੈ, ਜਿਹੜਾ ਨਾ ਅਕਾਲ ਤਖਤ ਸਾਹਿਬ ਦੇ ਨਹੀਂ ਜਾ ਸਕਦਾ, ਉਹਦੀ ਅਕਾਲ ਤਖਤ ਸਾਹਿਬ ਦੇ ਅਰਦਾਸ ਨਹੀਂ ਹੁੰਦੀ। ਬੇਸ਼ੱਕ ਉੱਥੇ ਜਾ ਕੇ ਤੁਸੀਂ ਕਿਸੇ ਨੂੰ ਪੁੱਛ ਸਕਦੇ ਹੋ। ਸੋ ਇਹ ਜ਼ਰੂਰੀ ਸੀ ਸੁੱਚਾ ਸਿੰਘ ਲੰਗਾਹ ਨੂੰ ਮਾਫੀ ਵਾਲੇ ਪਾਸੇ ਜੇ ਤੋਰਨਾ ਹੈ ਤਾਂ ਪਹਿਲਾਂ ਉਹਨੂੰ ਪੰਜ ਪਿਆਰਿਆਂ ਕੋ ਆਪਣੀ ਕੁਰੈਤ ਦੀ ਸੋਧ ਕਰਾਉਣੀ ਜ਼ਰੂਰੀ ਸੀ। ਉਸ ਕਰਕੇ ਉਹਨਾਂ ਨੇ ਪਹਿਲਾਂ ਉਸ ਕੁਰੈਤ ਦੀ ਸੋਧ ਕੀਤੀ ਕਰਵਾਈ। ਅੱਜ ਅਕਾਲ ਤਖਤ ਸਾਹਿਬ ਦੇ ਉਹ ਜਦੋਂ ਮਰਜ਼ੀ ਸਿੰਘ ਸਾਹਿਬਾਨ ਨੂੰ ਤਲਬ ਕਰ ਸਕਦੇ ਨੇ। ਉਹ ਅਕਾਲ ਤਖਤ ਸਾਹਿਬ ਦੇ ਜਾਣ ਦੇ ਸਮਰਥ ਜਿਹੜੇ ਉਹ ਹੋ ਚੁੱਕੇ ਨੇ। ਬਾਕੀ ਦੇ ਕਾਰਜ ਜਿਹੜੇ ਆ ਉਹ ਸਿੰਘ ਸਾਹਿਬਾਨਾਂ ਨੇ ਕਰਨੇ ਹੁੰਦੇ ਆ। ਜੋ ਕੁਝ ਸੁੱਚਾ ਸਿੰਘ ਲੰਗਾਹ ਕਰ ਸਕਦਾ ਹੈ, ਔਰ ਇਹ ਜਿਹੜੀ ਸੁੱਚਾ ਸਿੰਘ ਲੰਗਾਹ ਦਾ ਗੁਨਾਹ ਜਿਵੇਂ ਪੰਥ 'ਚੋਂ ਛੇਕਿਆ ਗਿਆ ਔਰ ਜਿਸ ਅਵਗਿਆ ਕਰਕੇ ਛੇਕਿਆ ਗਿਆ, ਇਹ ਵਾਕਿਆ ਹੀ ਮੈਂ ਮਹਿਸੂਸ ਕਰਦਾ ਕਿ ਦੋ ਭਰਾਵਾਂ ਦੇ ਵਿੱਚ ਹੀ ਸਜ਼ਾ ਜਿਹੜੀ ਮਾਫੀ ਮਿਲਣੀ ਸੀ। ਪਹਿਲੇ ਭਰਾ ਦੇ ਤਹਿਤ ਪੰਜ ਪਿਆਰਿਆਂ ਕੋ ਪੇਸ਼ ਹੋ ਕੇ ਅੰਮ੍ਰਿਤਪਾਨ ਕਰਕੇ ਆਪਣੀ ਸੁਧਾਈ ਕਰਨੀ। ਦੂਜੀ ਜਿਹੜੀ ਹੈਗੀ ਆ ਉਹ ਜਿਹੜੀ ਸਟੈਪ ਉਹ ਇਹ ਸੀ ਹੋ ਸਕਦਾ ਸੀ ਕਿ ਅਕਾਲ ਤਖਤ ਸਾਹਿਬ 'ਤੇ ਤਲਬ ਕੀਤਾ ਜਾਂਦਾ ਉਹਨੂੰ, ਤੇ ਅਕਾਲ ਤਖਤ ਸਾਹਿਬ ਤੋਂ ਜਿਹੜੀ ਗੁਨਾਹ ਹੈ ਪੰਥ ਛੇਕੇ ਹੋਏ ਦੇ ਵਾਪਸੀ ਵਾਸਤੇ ਉਹਨੂੰ ਜਿਹੜਾ ਪਛਤਾਤਾਪ ਕੀਤਾ ਜਾਂਦਾ, ਉਹਨੂੰ ਜਿਹੜੀ ਤਨਖਾਹ ਲੱਗਣੀ ਲੱਗਦੀ, ਤੇ ਉਸ ਤੋਂ ਬਾਅਦ ਹੀ ਸਾਰੀ ਕਾਰਜ ਜਿਹੜੇ ਉਹ ਨਿਪੜੇ ਚਾੜੇ ਜਾ ਸਕਦੇ ਸਨ। ਸੋ ਦਰਸ਼ਕੋ, ਇਹ ਸਨ ਪ੍ਰੋਫੈਸਰ ਸਰਚਾਂਦ ਸਿੰਘ ਜੀ, ਉੱਘੇ ਸਿੱਖ ਚਿੰਤਕ, ਜਿਨ੍ਹਾਂ ਨਾਲ ਸਿਰਫ ਵਿਚਾਰ ਵਟਾਂਦਰਾ ਹੋ ਰਿਹਾ ਸੀ। ਇੱਥੇ ਕਿਸੇ ਨੇ ਇਹ ਸਮਝਣ ਦੀ ਕੋਸ਼ਿਸ਼ ਨਹੀਂ ਕਰਨੀ ਕਿ ਇੱਥੇ ਕੋਈ ਸੁੱਚਾ ਸਿੰਘ ਲੰਗਾਹ ਦੇ ਹੱਕ 'ਚ ਬੋਲ ਰਿਹਾ ਜਾਂ ਸੁੱਚਾ ਸਿੰਘ ਲੰਗਾਹ ਦਾ ਜਿਹੜਾ ਵਿਰੋਧ 'ਚ ਵਾਲਾ ਹੈ। ਇਹ ਤਾਂ ਸਾਡੇ ਮਾਨਯੋਗ ਸਿੰਘ ਸਾਹਿਬਾਨ ਨੇ ਫੈਸਲਾ ਹੀ ਕਰਨਾ। ਲੇਕਿਨ ਗੱਲ ਸੀ ਅਸੂਲਾਂ ਦੀ, ਗੱਲ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਦੀ, ਗੱਲ ਸੀ ਧਰਮ ਦੇ ਉੱਤੇ ਜਿਹੜਾ ਰਾਜਨੀਤੀ ਦਾ ਕੁੰਡਾ ਜਿਹੜਾ ਉਲਟ ਹੋ ਗਿਆ। ਸਿੰਘ ਸਾਹਿਬ ਸਾਡੇ ਸਤਿਕਾਰਯੋਗ ਹਸਤੀਆਂ ਨੇ, ਹੁਣ ਇਸ ਬਾਰੇ ਫੈਸਲਾ ਉਹਨਾਂ ਨੇ ਕਰਨਾ। ਸਾਡੇ ਤੇ ਸਿਰਫ ਵਿਚਾਰ ਸੀ ਇੱਕ ਨਮਾਨੇ ਸਿੱਖ ਵਜੋਂ ਉਹਨਾਂ ਤੱਕ ਪਹੁੰਚਾਉਣੇ, ਔਰ ਸਤਿਕਾਰਯੋਗ ਜਿਹੜੇ ਹਸਤੀਆਂ ਨੇ ਉਹਨਾਂ ਨੇ ਇੰਡੀਵਿਜੂਅਲ ਹੋ ਕੇ, ਇੰਡੀਪੈਂਡੈਂਟ ਹੋ ਕੇ, ਰਾਜਨੀਤੀ ਤੋਂ ਉੱਪਰ ਉੱਠ ਕੇ, ਹਰ ਗੱਲ ਤੋਂ ਪਾਸੇ ਜਾ ਕੇ ਜੋ ਗੁਰੂ ਘਰ ਦੀ ਵਜ਼ੀਰੀ ਉਹਨਾਂ ਨੂੰ ਮਿਲੀ ਹੈ ਉਸ ਸਿਧਾਂਤ ਮੁਤਾਬਕ ਉਹਨਾਂ ਨੇ ਫੈਸਲਾ ਕਰਨਾ। ਸੁੱਚਾ ਸਿੰਘ ਲੰਗਾਹ ਨੂੰ ਮਾਫ ਕਰਨਾ ਹੈ ਜਾਂ ਨਹੀਂ ਕਰਨਾ, ਇਹ ਅਸੀਂ ਸਿੰਘ ਸਾਹਿਬ 'ਤੇ ਛੱਡਦੇ ਹਾਂ। ਭੁੱਲ ਚੁੱਕ ਦੀ ਖਿਮਾ। ਸੋ BBC ਪੰਜਾਬ TV ਤੋਂ ਅੰਮ੍ਰਿਤਸਰ ਤੋਂ ਇੰਦਰਮੋਹਨ ਸਿੰਘ ਅਨਜਾਨ। ਸਬਸਕ੍ਰਾਈਬ ਕਰੋ BBC ਪੰਜਾਬ TV ਨੂੰ ਅਤੇ ਤਾਜ਼ਾ ਤਰੀਨ ਖਬਰਾਂ ਲਈ ਬੈਲ ਦਾ ਬਟਨ ਦਬਾਓ।